ਹੁਣ ਦੀਪ ਚਲੇ ਗਿਆ ਜੀ ਇੱਕ ਜਾਂਦੇ ਰਹੇ ਤਾਂ ਕਿਤੇ ਸਾਡੇ ਆਗੂ ਦਾ ਮਨੋਬਲ ਨਾ ਟੁੱਟੇ ਹੈ ਨਾ। ਔਰ ਇਹਦੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮੇਰੇ ਹਿਸਾਬ ਨਾਲ ਹਮਲਾ ਮਾਰਨਾ ਚਾਹੀਦਾ। ਔਰ ਖਾਸ ਕਰ ਅਪੀਲ ਕਰਾਂਗੇ ਸਾਡੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹਨਾਂ ਦੇ ਲਈ ਕਰੜੇ ਫੈਸਲੇ ਲਏ ਜਾਣ। ਇੰਨੀ ਈਜ਼ੀਲੀ ਅਸੀਂ ਐਡੀ ਵੱਡੇ ਇਲਾਕੇ ਦੇ ਅੰਦਰ ਜਾ ਸਕਦੇ ਹਾਂ ਤਾਂ ਫਿਰ ਤਾਂ ਸਾਡੀ ਦੇਸ਼ ਦੀ ਸੁਰੱਖਿਆ ਖਤਰੇ 'ਚ। ਕੱਲ੍ਹ ਨੂੰ ਵੱਡਾ ਖਤਰਾ ਇਹ ਸਿਰਫ ਆਗੂਆਂ ਤੇ ਦਬਾਅ ਪਾਉਣ ਦੀ ਖਾਤਰ ਸਰਕਾਰ ਨੇ ਵੱਡਾ ਸਟੰਟ ਰਚਿਆ। ਕੋਈ ਮਾੜਾ ਚੰਗੇ ਉਹ ਤਾਂ ਚੱਲਦੇ ਹੀ ਰਹਿੰਦੇ ਹੁੰਦੇ ਆ, ਸਾਰੀ ਦੁਨੀਆਦਾਰੀਆਂ ਇਹਦੇ ਵਿੱਚ ਇਹ ਤਾਂ ਹੁੰਦਾ ਹੀ ਰਹਿੰਦਾ ਵਾ। ਲੇਕਿਨ ਆਹ ਸਮਾਂ ਜਿਹੜਾ ਹੈਗਾ ਸਮਾਂ ਨਹੀਂ ਹੈ, ਇਹ ਸਮਾਂ ਸਾਰਿਆਂ ਨੂੰ ਇੱਕ ਮੁੱਠੀ ਹੋਣਾ। ਜਦੋਂ ਅਸੀਂ ਪਹਿਲੇ ਦਿਨ ਕਹਿੰਦੇ ਆ ਰਹੇ ਹਾਂ ਵੀ ਇਹ ਅੰਦੋਲਨ ਨੂੰ ਪਰਮੇਸ਼ਰ ਕਰਾ ਰਹੇ ਹਾਂ, 26 ਤਰੀਕ ਨੂੰ ਦੀਪ ਜਾਂ ਲੱਖਾ ਜਾਂ ਹੋਰ ਕਿਵੇਂ ਮਿਲਿਆ ਗਿਆ, ਇਹ ਉਸ ਦਿਨ ਵੀ ਪਰਮੇਸ਼ਰ ਦੀ ਗੱਲ ਕਰਕੇ ਜੋ ਹੋ ਗਿਆ ਚੰਗਾ ਮਾੜਾ ਇਹਦੇ ਤੇ ਮਿਲਾਂਗੇ। ਆਉਣ ਵਾਲੇ ਸਮੇਂ ਲਈ ਅੱਗੇ ਵਧਣ ਲਈ ਅਗਲੇ ਪ੍ਰੋਗਰਾਮਾਂ ਲਈ ਉਹ ਕੱਢ ਉਹਦੇ ਤੱਕ ਤਾਂ ਤਕਰੀਬਨ ਕਈ ਵੱਡੇ ਜਿਹੜੇ ਦੇ ਰਹੇ ਹਨ। ਚਲੋ ਹੋ ਸਕਦਾ ਜੋ ਬੀਤੀ ਸੀ ਉਹ ਬੀਤੀ ਨੂੰ ਸੰਭਾਲਣ ਦੀ ਲੋੜ ਸੀ। ਉਹ ਜਿਹੜਾ ਅਸੀਂ ਸਮਾਂ ਸੀ ਇੱਕ ਦੂਜੇ ਨੂੰ ਭੰਡਣ ਦੀ ਬਜਾਏ ਤੇ ਇੱਕ ਦੂਜੇ ਦਾ ਸਾਥ ਦਿੰਦੇ ਵੀ ਲੋਕ ਹੋ ਗਏ। ਜੋ ਹੋ ਗਿਆ ਉਹ ਮਤਲਬ ਸਰਕਾਰ ਦੇ ਖਿਲਾਫ ਸਾਡਾ ਰੋਹ ਆ ਉਹ ਉਸ ਰੋਜ਼ ਚਲੇ ਗਏ, ਪਰ ਗਏ ਅਸੀਂ ਨਹੀਂ, ਸਾਨੂੰ ਸਰਕਾਰ ਲੈ ਗਈ। ਮੇਰੇ ਨਾਲ ਕੁਝ ਨਹੀਂ ਵਿਗੜਿਆ, ਇਕੱਠੇ ਨਹੀਂ ਹੋ ਸਕਦੇ ਆ ਔਰ ਇਕੱਠੇ ਹੋ ਕੇ ਤਕੜੇ ਹੋਣਗੇ। ਔਰ ਇਹ ਸੰਘਰਸ਼ ਪਰਮਾਤਮਾ ਜਿੱਤਾਂਗੇ ਵੀ। ਔਰ ਇਹ ਮਤਲਬ ਅੱਜ ਲੋੜ ਆ ਸੰਭਾਲਣ, ਅੱਜ ਇਸ ਨੂੰ ਸਟੇਜ ਤੋਂ ਇੱਕ ਸੌ ਦੇ ਵਿੱਚ ਸੰਭਾਲ ਜਾਵੇ। ਕੋਈ ਆਗੂ ਕਿਸੇ ਦੇ ਔਰ ਕਿਸੇ ਦੇ ਗਲਤ ਬਿਆਨ ਦੇਣ ਦਾ ਸਮਾਂ ਨਹੀਂ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਨਾਲ ਤੁਸੀਂ ਬਣੇ ਹੋਏ ਹੋ। ਮੈਂ ਮਨਦੀਪ ਸਿੰਘ, ਸਿੰਘੂ ਬਾਰਡਰ ਉੱਤੇ ਅਸੀਂ ਮੌਜੂਦ ਹਾਂ, ਸਿੰਘੂ ਕੁੰਡਲੀ ਬਾਰਡਰ ਉੱਤੇ। ਇੱਥੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਜੂਝ ਰਹੇ ਨੇ ਉਹਨਾਂ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਗੱਲਬਾਤ ਕਰਦੇ ਹਾਂ। ਪਰ ਅੱਜ ਦਾ ਜਿਹੜਾ ਵਿਸ਼ਾ ਉਹ ਇਸ ਗੱਲ ਉੱਤੇ ਕੇਂਦਰਿਤ ਰਹੇਗਾ ਕਿ ਦੀਪ ਸਿੱਧੂ ਦੀ ਜੋ ਗ੍ਰਿਫਤਾਰੀ ਹੋਈ ਹੈ ਕੀ ਉਹ ਸਹੀ ਹੈ ਅਤੇ ਕਿਸਾਨ ਉਸ ਉੱਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਨੇ, ਕਿਸ ਤਰ੍ਹਾਂ ਸੋਚਦੇ ਨੇ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਉਹਨੂੰ ਕਿਵੇਂ ਦੇਖਦੇ ਨੇ ਕਿ ਸਹੀ ਹੈ ਜਾਂ ਗਲਤ ਹੈ। ਦੀਪ ਸਿੱਧੂ ਨੂੰ ਕਿਵੇਂ ਦੇਖਦੇ ਨੇ, ਜਥੇਬੰਦੀਆਂ ਤੋਂ ਕੀ ਉਮੀਦ ਕਰਦੇ ਨੇ, ਇਹ ਸਾਰੀਆਂ ਗੱਲਾਂ ਕਰਾਂਗੇ। ਅਸੀਂ ਕਿਸਾਨਾਂ ਦੇ ਵਿੱਚ ਬੈਠੇ ਹਾਂ, ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹ ਕਿਸਾਨਾਂ ਦੇ ਵਿੱਚ ਬੈਠੇ ਹਾਂ ਜਿਹੜੇ 26 ਤਰੀਕ ਤੋਂ ਇੱਥੇ ਡਟੇ ਹੋਏ ਨੇ। 26 ਤਰੀਕ ਦੇ ਪਹਿਲਿਆਂ ਦਿਨਾਂ ਦੇ ਜਦੋਂ ਕਾਲ ਦਿੱਤੀ ਸੀ ਜਥੇਬੰਦੀਆਂ ਨੇ, ਉਹਨਾਂ ਦਿਨਾਂ ਦੇ ਪਿੰਡਾਂ 'ਚੋਂ ਤੁਰੇ ਨੇ ਤੇ ਇੱਥੇ ਆ ਕੇ ਸਭ ਤੋਂ ਮੂਹਰਲੇ ਜਿਹੜੇ ਗੇਟ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਰਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਾਂਗੇ ਕਿ ਗ੍ਰਿਫਤਾਰੀਆਂ ਦੀ ਖਬਰ ਤੁਹਾਡੇ ਤੱਕ ਪਹੁੰਚ ਚੁੱਕੀ ਹੋਣੀ ਹੈ ਕਿ ਦੀਪ ਸਿੱਧੂ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਦੀਪ ਸਿੱਧੂ ਜੀਰਕਪੁਰ ਪਹੁੰਚ ਗਿਆ, ਸੰਘਰਸ਼ ਤੋਂ ਉਹਨੂੰ ਭਜਾ ਦਿੱਤਾ ਗਿਆ, ਇਹ ਸਭ ਗੱਲਾਂ ਨੂੰ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਨਹੀਂ, ਅੱਜ ਸਵੇਰੇ ਹੀ ਪਤਾ ਲੱਗਿਆ ਵਾ। ਔਰ ਸੰਘਰਸ਼ ਤੋਂ ਭਜਾਉਣ ਵਾਲੀ ਗੱਲ ਤਾਂ ਨਹੀਂ ਹੈਗੀ। ਉਹ ਕਿਵੇਂ ਪਾਸੇ ਹਟ ਗਿਆ ਇੱਥੋਂ ਪਤਾ ਨਹੀਂ ਲੱਗਿਆ ਹੈ ਨਾ। ਕੁਛ ਕਾਫੀ ਬੰਦੇ ਟੈਂਟ ਤੇ ਗੇੜਾ ਮਾਰਦੇ ਰਹੇ। ਔਰ ਜਿਹੜੀ ਇਹ ਗ੍ਰਿਫਤਾਰੀ ਹੋਈ ਇਹ ਮੰਦਭਾਗੀ ਆ, ਕਿਉਂਕਿ ਇਹ ਪਰਚੇ ਇਕੱਲੇ ਦੀਪ ਤੇ ਤਾਂ ਹੈ ਨਹੀਂ ਗੇ। ਇਹ ਤਾਂ ਤੁਹਾਨੂੰ ਪਤਾ ਹੀ ਆ, ਤਕਰੀਬਨ ਕਾਫੀ ਬੰਦਿਆਂ ਤੇ ਆ, 35-40 ਤੋਂ ਜ਼ਿਆਦਾ ਬੰਦਿਆਂ ਤੇ ਪਰਚੇ ਆ। ਔਰ ਗ੍ਰਿਫਤਾਰੀ ਦੀ ਨਿੰਦਿਆ ਕਰਦੇ ਆ ਵੀ ਇਹ ਗਲਤ ਗੱਲ ਹੋਈ ਆ ਵੀ ਇਹ ਐਂ ਇਕੱਲੇ ਦੀ ਪਹਿਲਾਂ 9 ਦੀਪ ਨੂੰ ਲੈ ਕੇ ਇੱਥੋਂ ਹੁਣ ਦੀਪ ਚਲੇ ਗਿਆ। ਜੇ ਇੱਕ ਜਾਂਦੇ ਰਹੇ ਤਾਂ ਕਿਤੇ ਸਾਡੇ ਆਗੂ ਦਾ ਮਨੋਬਲ ਨਾ ਟੁੱਟ ਜੇ ਹੈ ਨਾ। ਔਰ ਇਹਦੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮੇਰੇ ਹਿਸਾਬ ਨਾਲ ਹਮਲਾ ਮਾਰਨਾ ਚਾਹੀਦਾ। ਔਰ ਖਾਸ ਕਰ ਅਪੀਲ ਕਰਾਂਗੇ ਸਾਡੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹਨਾਂ ਦੇ ਲਈ ਇੱਕ ਕਰੜੇ ਫੈਸਲੇ ਲਏ ਜਾਣ ਵੀ ਪਹਿਲਾਂ ਆਪਦੇ ਬੰਦਿਆਂ ਨੂੰ ਅਸੀਂ ਬਚਾਈਏ। ਕਾਨੂੰਨਾਂ ਦੇ ਨਾਲ ਤਾਂ ਹੀ ਲੜਾਂਗੇ। ਪਿਛਲੇ ਲੰਮੇ ਸਮੇਂ ਤੋਂ 3-4 ਮਹੀਨੇ ਤੋਂ ਪੰਜਾਬ ਦੀ ਕਿਸਾਨੀ ਲਈ ਦੀਪ ਵੀ ਲੜਦਾ ਆ ਰਿਹਾ ਵਾ। ਚਲੋ ਮਤਭੇਦ ਹੋ ਸਕਦੇ ਆ ਮਾੜੇ ਮੋਟੇ ਕਿਸੇ ਲੈਵਲ ਤੇ, ਪਰ ਕਿਸਾਨੀ ਦੇ ਲਈ ਬਿੱਲਾਂ ਤੇ ਕੋਈ ਮਤਭੇਦ ਨਹੀਂ ਹੈਗਾ ਕਿਸੇ ਦਾ। ਮਤਲਬ ਹੋਣਾ ਨਹੀਂ ਸੀ ਚਾਹੀਦਾ। ਜੋ ਹੋਇਆ ਮਾੜਾ ਵਾ ਔਰ ਨਿੰਦਣਯੋਗ ਹੈ ਜੀ। ਮਤਲਬ ਨਿੰਦਿਆ ਕਰਦੇ ਆ ਵੀ ਇਹ ਬਹੁਤ ਨਿੰਦਣਯੋਗ ਘਟਨਾ ਵਾਪਰੀ ਆ। ਅੱਛਾ, ਜਿੱਦਾਂ ਕਿ ਹੁਣ ਦੀਪ ਸਿੱਧੂ ਗ੍ਰਿਫਤਾਰ ਕੀਤਾ ਗਿਆ, ਜਿਸ ਮੁੰਡੇ ਨੇ ਝੰਡਾ ਚਲਾਇਆ ਜਗਰਾਜ ਸਿੰਘ ਨੇ, ਉਹਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲੱਖੇ ਸਿਧਾਣੇ ਨੂੰ ਫੜਨ ਵਾਸਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ। ਹੋਰ ਵੀ ਕਈ ਮੁੰਡਿਆਂ ਦੇ ਨਾਮ ਨੇ ਜਿਨ੍ਹਾਂ ਉੱਤੇ 50,000 ਤੋਂ ਲੈ ਕੇ ਲੱਖ ਰੁਪਏ ਦੇ ਨਾਮ ਤੱਕ ਰੱਖੇ ਗਏ ਨੇ। ਕਿਸਾਨ ਆਗੂਆਂ ਦੇ ਉੱਤੇ ਪਰਚੇ ਪਾ ਦਿੱਤੇ ਗਏ ਨੇ। UAPA ਦੇ ਪਰਚੇ ਕਿਸਾਨ ਆਗੂਆਂ ਦੇ ਉੱਤੇ ਨੇ। ਕਈ ਨੌਜਵਾਨਾਂ ਦੇ ਉੱਤੇ ਦੇਸ਼ ਧਰੋਹ ਤੱਕ ਦਾ ਮੁਕੱਦਮਾ ਦਰਜ ਕੀਤਾ ਹੋਇਆ। ਲੱਗਦਾ ਨਹੀਂ ਕਿ ਹੁਣ ਇੱਕ ਸਰਕਾਰ ਇੱਕ ਲੜੀ ਆਰੰਭ ਰਹੀ ਹੈ ਕਿ ਹੁਣ ਅੱਜ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ, ਕੱਲ੍ਹ ਨੂੰ ਕੋਈ ਹੋਰ ਨੌਦੀਪ ਕੁੜੀ ਚੱਕ ਲਈ ਗਈ, ਅੱਗੇ ਵਾਰੀ ਆਉਂਦੀ ਕਿਸਾਨ ਆਗੂਆਂ ਤੱਕ ਵੀ ਪਹੁੰਚੇਗੀ। ਬਿਲਕੁਲ, ਇਹ ਹੁਣ ਇਹ ਸਮਾਂ ਵਾ ਵੀ ਇੱਕ ਹੁੰਦਿਆਂ ਸਮਾਂ ਬਚਾਈਏ ਵੀ ਇਕੱਠੇ ਹੋ ਕੇ ਪਹਿਲਾਂ ਇਹ ਕੰਮ ਰੋਕੀਏ, ਹਮਲਾ ਮਾਰੀਏ ਹੈ ਨਾ। ਜੋ 26 ਤਰੀਕ ਦਾ ਘਟਨਾਕ੍ਰਮ ਹੈ ਕਿਸੇ ਤੋਂ ਅੱਖੋਂ ਪਰੋਖਾ ਨਹੀਂ। ਇਹ ਸਰਕਾਰ ਦੀ ਨਲਾਇਕੀ ਸੀ ਜਿਹੜੇ ਲੋਕ ਉੱਥੇ ਚਲੇ ਗਏ। ਲਾਲ ਕਿਲੇ ਕੋਲੇ ਤਾਂ ਚਿੜੀ ਵੀ ਨਹੀਂ ਪਰਿੰਦਾ ਪਰ ਨਹੀਂ ਮਾਰਦਾ।
ਔਰ ਲੱਖਾਂ ਦੇ ਬਹਾਓ 'ਚ ਲੋਕ ਉੱਥੇ ਪਹੁੰਚ ਕੇ ਰਸਤੇ ਖਾਲੀ ਪਏ ਸੀ। ਉਸ ਦਿਨ ਅਸੀਂ ਵੀ ਮਜਨੂ ਦੇ ਟਿੱਲੇ ਤੱਕ ਪਹੁੰਚਿਆਂ, ਤੁਰ ਕੇ ਗਏ ਇੱਥੋਂ, ਕਿਉਂਕਿ ਮੂਹਰੇ ਰਸਤਾ ਘੱਟ ਸੀਗਾ। ਔਰ ਇਹ ਸਰਕਾਰ ਨੇ ਆਪ ਕਰਕੇ ਆਪ ਬੰਦੇ ਫੜਨ ਲੱਗੀ ਆ, ਨਲਾਇਕੀ ਆ ਸਰਕਾਰ ਦੀ। ਇਹ ਲੋਕਾਂ ਨੇ ਨਹੀਂ ਕਰਿਆ, ਲੋਕ ਨਹੀਂ ਗਏ, ਲੈ ਕੇ ਗਏ ਆ ਰਸਤਾ। ਜਿੰਨੇ ਅੱਜ ਬੈਰੀਕੇਡਿੰਗ ਹੁਣ ਐ ਕਰੀ ਪਈ ਆ ਜਿਵੇਂ ਵੀ ਬਹੁਤ ਵੱਡੀ ਜੰਗ ਲੜਨੀ ਹੁੰਦੀ ਆ ਚਾਈਨਾ ਨਾਲ, ਹਨ। ਉਸ ਦਿਨ ਬੈਰੀਕੇਡਿੰਗ ਕਰੀ ਨਹੀਂ ਕੋਈ, ਉਸ ਦਿਨ ਉਹ ਰਸਤੇ ਬੰਦ ਕਰਤੇ। ਜਿਹੜਾ ਮਾਰਗ ਤੇ ਜਾਣਾ ਸੀਗਾ ਦੂਜੇ ਰਸਤੇ ਖੋਲ ਕੇ ਰਿੰਗ ਰੋਡ ਤੇ ਲੈ ਕੇ ਜਾਣਾ ਸੀ, ਤਾਂ ਰਿੰਗ ਰੋਡ ਤੋਂ ਲਾਲ ਕਿਲ੍ਹੇ ਵਾਲਾ ਰਸਤਾ ਬੰਦ ਕਰਕੇ ਰੱਖਦੇ। ਪੁਲਿਸ ਨਾ ਆਉਂਦੀ ਤਾਂ 3 ਵਜੇ ਤੱਕ ਕੋਈ ਚੀਜ਼ ਨਹੀਂ ਸੀ ਉੱਥੇ। ਇਹ ਤਾਂ ਇੱਕ ਝੂਠੀ ਗੱਲ ਆ। 3 ਵਜੇ ਆਏ ਆ ਪੁਲਿਸ ਵਾਲੇ। ਕੁਝ ਮੇਰੇ ਦੋਸਤ ਮਿੱਤਰ ਵੀ ਲਾਲ ਕਿਲ੍ਹੇ ਨਹੀਂ ਚਲੇ ਗਏ ਸੀ, ਅਸੀਂ ਵੀ ਉਹਨਾਂ ਨੂੰ ਵਾਪਸ ਮੋੜਿਆ ਵਾ। ਔਰ ਅਸੀਂ ਉਹਦੇ ਬਾਰੇ ਪੁੱਛਿਆ ਵਾ ਵੀ ਜੋ ਘਟਨਾਕ੍ਰਮ ਉੱਥੇ ਹੋਇਆ, ਜੇ ਇੰਨੇ ਈਜ਼ੀਲੀ ਅਸੀਂ ਐਡੇ ਵੱਡੇ ਲਾਲ ਕਿਲ੍ਹੇ ਦੇ ਅੰਦਰ ਜਾ ਸਕਦੇ ਹਾਂ ਤਾਂ ਫਿਰ ਤਾਂ ਸਾਡੀ ਦੇਸ਼ ਦੀ ਸੁਰੱਖਿਆ ਖਤਰੇ 'ਚ ਆ। ਕੱਲ੍ਹ ਨੂੰ ਵੀ ਵੱਡਾ ਖਤਰਾ। ਇਹ ਤਾਂ ਇੱਕ ਸਿਰਫ ਆਗੂਆਂ ਤੇ ਦਬਾਅ ਪਾਉਣ ਦੀ ਖਾਤਰ ਸਰਕਾਰ ਨੇ ਵੱਡਾ ਸਟੰਟ ਰਚਿਆ। ਸਰਕਾਰ ਨੇ ਸਟੰਟ ਰਚ ਕੇ ਹੁਣ ਇੱਕ ਇਹ ਕੜੀ ਬਣਾਈ ਅੱਜ ਇੱਕ, ਕੱਲ੍ਹ ਨੂੰ 2, ਪਰਸੋਂ 4 ਮਨੋਬਲ ਤੋੜਨ ਲਈ। ਇਹ ਮਨੋਬਲ ਬਚਾਉਣ ਦੇ ਲਈ ਸਾਨੂੰ ਇੱਕ ਪਲੇਟਫਾਰਮ ਤੇ, ਉਹ ਚਾਹੇ ਲੱਖਾ ਵਾ, ਚਾਹੇ ਦੀਪ ਆ, ਚਾਹੇ ਸਾਡੇ ਕਿਸਾਨ ਆਗੂ ਆ, ਕੋਈ ਵੀ ਜੋ ਇਸ ਸੰਘਰਸ਼ ਦਾ ਹਿੱਸਾ ਵਾ, ਉਹ ਸਾਰੇ ਬੰਦਿਆਂ ਨੂੰ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਇਕੱਠੇ ਹੀ ਲੜਨਾ ਚਾਹੀਦਾ ਔਰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ। ਅੱਜ ਦੀਪ ਦੇ ਲਈ, ਨੌਦੀਪ ਦੇ ਲਈ, ਕੱਲ੍ਹ ਨੂੰ ਲੱਖਾ, ਪਰਸੋਂ ਨੂੰ ਰਾਜੇਵਾਲ ਵੀ ਹੋ ਸਕਦਾ, ਜੋਗਿੰਦਰ ਯਾਦਵ ਵੀ ਹੋ ਸਕਦਾ, ਫਿਰ ਵੀ ਲੋੜ ਪੈਣੀ ਹੈ ਨਾ। ਤੇ ਜੇ ਕੋਈ ਹੋਰ ਵੀ ਵੱਧ ਸਕਦੇ, ਇਸ ਲਈ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਆ। ਜੇ ਅਸੀਂ ਅੱਜ ਆਪਣੇ ਆਗੂਆਂ ਦਾ ਸੇਫਟੀ ਨਾ ਕਰ ਸਕਦਾ, ਆਉਣ ਵਾਲਾ ਟਾਈਮ ਆ ਜਿਹੜਾ ਸਾਡੇ ਲਈ ਕਠਿਨ ਹੋ ਸਕਦਾ ਵਾ। ਖੁੰਡੇ ਵਾਲੇ ਬਾਪੂ ਕਹੇ ਜਾਂਦੇ ਨੇ ਕਿਸਾਨ ਸੰਘਰਸ਼ ਦੇ ਵਿੱਚ ਰੁਲਦੂ ਸਿੰਘ ਮਾਨਸਾ ਜੀ। ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਗ੍ਰਿਫਤਾਰੀ ਹੈ, ਚੰਗਾ ਹੋਇਆ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ। ਤੁਸੀਂ ਉਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਉਹ ਉਹਨਾਂ ਦੀ ਸੋਚਣੀ ਆ ਆਪਦੀ, ਪਰ ਲੋਕਲ ਲੋਕ ਤੇ ਬਾਹਰਲੇ ਸਾਰੇ ਇਹਦੇ ਨਾਲ ਆ। ਦੀਪ ਨਾਲ ਵੀ ਇਹ ਗਲਤ ਹੋਇਆ, ਇਹ ਨਹੀਂ ਹੋਣੀ ਚਾਹੀਦੀ ਸੀ। ਇਹ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਸੰਘਰਸ਼, ਯੂਨੀਅਨਾਂ ਨੂੰ ਤੇ ਦੀਪ ਸਿੱਧੂ, ਲੱਖਾ ਸਿਧਾਣਾ, ਹੋਰ ਵੀ ਜਿੰਨੇ ਸਾਰੇ ਆ, ਇਕੱਠੇ ਹੋ ਕੇ ਇਹਨਾਂ ਨੂੰ ਲੜਨਾ ਚਾਹੀਦਾ। ਇਹ ਤਾਂ ਹੁਣ ਸਿਰਫ ਡਰਾ ਰਹੀ ਆ ਸਰਕਾਰ, ਵਾਰ-ਵਾਰ ਇਹਨਾਂ ਤੇ ਹੁਣ ਵਾਰੀ ਕੇਸ ਪਾਉਣਗੇ ਇਹਨਾਂ ਤੇ ਵੀ ਇਹ ਡਰ ਜਾਣ। ਪਰ ਪਹਿਲਾਂ ਤੁਸੀਂ ਦੇਖ ਲਓ ਕਿੰਨੇ ਪਹਿਲੇ ਵੀ ਇਤਿਹਾਸ ਦੇ ਲਓ ਕਿੰਨੇ ਕੇਸ ਪਏ ਆ ਲੋਕਾਂ ਦੇ, ਪਰ ਇਹ ਡਰਾਵੇ ਹੀ ਰਹਿ ਜਾਣੇ ਆ ਇਹਨਾਂ ਦੇ। ਤੇ ਜਥੇਬੰਦੀਆਂ ਤੋਂ ਕੀ ਉਮੀਦ ਰੱਖਦੇ ਹੋ ਕਿ ਤੁਹਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਆਗੂ ਨੇ, ਉਹਨਾਂ ਤੋਂ ਇਸ ਵਕਤ ਕਿਹੋ ਜਿਹੇ ਬਿਆਨਾਂ ਦੀ ਉਮੀਦ ਰੱਖਦੇ ਹੋ ਕਿ ਉਹ ਕਿਹੋ ਜਿਹੇ ਬਿਆਨ ਦੇਣ, ਕਿਵੇਂ ਉਹ ਵਿਚਰਨ? ਹੁਣ ਏਕਤਾ ਵਾਲੇ ਬਿਆਨ ਦੇਣ ਵੀ ਸਾਰੇ ਅਸੀਂ ਇੱਕ ਆ, ਅੱਡੋ ਫਾੜ ਨਾ ਕਰਨ, ਪਾੜ ਨਾ ਪਾਉਣ, ਵੀ ਉਹ ਮਾੜਾ ਮੈਂ ਚੰਗਾ, ਇਹ ਤੋਂ ਗੁਰੇਜ਼ ਕਰਨ, ਇਕੱਠੇ ਹੋ ਕੇ ਚੱਲਣ, ਫੇਰ ਹੀ ਕਾਮਯਾਬ ਹੋ ਸਕਦੇ ਆ। ਬਿਲਕੁਲ ਜੀ, ਬਿਲਕੁਲ। ਬਾਈ ਜੀ, ਤੁਸੀਂ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ? ਸਹੀ ਹੈ, ਗਲਤ ਹੈ, ਜਾਂ ਤੁਹਾਡਾ ਇਹਦੇ ਉੱਤੇ ਕੀ ਮੰਨਣਾ? ਨਹੀਂ ਬਾਈ ਜੀ, ਇਹ ਤਾਂ ਸਾਰਿਆਂ ਨੂੰ ਰਲ ਮਿਲ ਕੇ ਕੰਮ ਚਲਾਉਣਾ ਚਾਹੀਦਾ। ਵੀ ਅਸੀਂ ਨਿੰਦਾ ਕਰਦੇ ਹਾਂ ਵੀ ਦੀਪ ਸਿੱਧੂ ਨੂੰ ਐ ਨਹੀਂ ਲੈ ਕੇ ਜਾਣਾ ਚਾਹੀਦਾ ਸੀਗਾ। ਪਰ ਇੱਕ ਵਕਤ ਤਾਂ ਉਹਨੂੰ ਸਟੇਜਾਂ ਦੇ ਉੱਤੇ ਸੰਘਰਸ਼ ਦੇ ਵਿੱਚ ਗਦਾਰ ਤੱਕ ਐਲਾਨ ਦਿੱਤਾ ਗਿਆ ਸੀ, ਪਰ ਹੁਣ ਗ੍ਰਿਫਤਾਰੀ ਉੱਤੇ ਇਤਰਾਜ਼ ਕਿਉਂ? ਨਹੀਂ, ਉਹ ਤਾਂ ਉਹਨਾਂ ਨੇ ਗਲਤ ਕਿਹਾ ਸੀ ਜਦ, ਬਈ ਐ ਨਹੀਂ ਕਹਿਣਾ ਚਾਹੀਦਾ ਸੀਗਾ। ਹਾਂ ਬਈ ਬੰਦਾ ਜਦ ਨਾਲ ਸੰਘਰਸ਼ ਤੇ ਲੱਗਿਆ ਹੋਇਆ ਸੀਗਾ ਤਾਂ ਐ ਉਹਨੂੰ ਐ ਬਈ ਅੱਡ ਨਹੀਂ ਕਰਨਾ ਚਾਹੀਦਾ ਸੀਗਾ। ਤੁਸੀਂ ਚਾਹੁੰਦੇ ਹੋ ਕਿ ਜਿਹੜੇ ਵੀ ਲੋਕ ਕਿਸਾਨ ਸੰਘਰਸ਼ ਦੇ ਵਿੱਚ ਜੂਝ ਰਹੇ ਨੇ, ਤੁਹਾਡੇ ਹੱਕਾਂ ਖਾਤਰ ਲੜ ਰਹੇ ਨੇ, ਉਹ ਇੱਕ ਹੋ ਕੇ ਚੱਲਣ, ਉਹਨਾਂ ਦੇ ਆਪਸੀ ਜੋ ਵੀ ਮਤਭੇਦ ਹੋ ਸਕਦੇ ਨੇ ਉਹ ਬਾਅਦ ਵਿੱਚ ਹੱਲ ਕੀਤੇ ਜਾ ਸਕਦੇ ਨੇ? ਬਾਅਦ ਵਿੱਚ ਹੱਲ ਹੋ ਸਕਦੇ ਆ ਜੀ। ਇਸ ਵੇਲੇ ਸਮਾਂ ਜਿਹੜਾ ਹੈ ਏਕਤਾ ਦਾ, ਚਾਹੇ ਕੋਈ ਮਾੜਾ ਚੰਗੇ, ਉਹ ਤਾਂ ਚੱਲਦੇ ਹੀ ਰਹਿੰਦੇ ਹੁੰਦੇ ਆ, ਸਾਰੇ ਦੁਨੀਆਦਾਰੀ ਆ ਇਹਦੇ ਵਿੱਚ, ਇਹ ਤਾਂ ਹੁੰਦਾ ਹੀ ਰਹਿੰਦਾ ਵਾ। ਲੇਕਿਨ ਆਹ ਸਮਾਂ ਜਿਹੜਾ ਹੈਗਾ, ਇਹ ਸਮਾਂ ਨਹੀਂ ਹੈ ਇਹੋ ਜਿਹਾ ਸਮਾਂ ਸਾਰਿਆਂ ਨੂੰ ਇੱਕ ਮੁੱਠੀ ਹੋਣ ਦਾ ਵਾ, ਤਾਂ ਹੀ ਸਾਡੇ ਦੇਸ਼ ਦਾ ਬਚਾਅ ਹੋ ਸਕਦਾ। ਨਹੀਂ ਤਾਂ ਹੁਣ ਦੀਂਦਾ ਹੀ ਆ ਜੋ ਹਾਲਤ ਕਰੀ ਜਾਂਦੇ ਆ ਇਹ। ਤਾਂ ਸੰਘਰਸ਼ ਉੱਤੇ ਕਿਵੇਂ ਦੇਖਦੇ ਹੋ ਕਿ ਇਹ ਗ੍ਰਿਫਤਾਰੀ ਦਾ ਕਿਸਾਨ ਸੰਘਰਸ਼ ਉੱਤੇ ਕਿੰਨਾ ਕੁ ਅਸਰ ਪਵੇਗਾ? ਨਹੀਂ, ਕਿਸਾਨ ਸੰਘਰਸ਼ ਤੇ ਕੋਈ ਅਸਰ ਨਹੀਂ ਹੁੰਦਾ। ਜਦੋਂ ਅੰਦੋਲਨ ਚੱਲਦੇ ਹੁੰਦੇ ਆ ਉਦੋਂ ਇਹ ਚੀਜ਼ਾਂ ਨਾਰਮਲ ਹੁੰਦੀਆਂ ਨੇ, ਹਨਾ। ਮੈਨੂੰ ਤਾਂ ਐਂ ਲੱਗਦਾ ਵੀ ਲੋਕਾਂ ਦਾ ਰੋਹ ਵਧੂਗਾ, ਇਕੱਠ ਵਧੂਗਾ ਜਿਹੜਾ ਸਾਡਾ, ਕਿਉਂਕਿ ਸਾਡੇ ਦੋਸਤਾਂ ਦੇ ਜਿਹੜੇ ਪਿੱਛੋਂ ਫੋਨ ਆ ਰਹੇ ਆ ਤਾਂ ਉਹ ਇਹੀ ਆ ਵੀ ਲੋਕਾਂ ਦਾ ਰੋਹ ਵਧੂਗਾ। ਕੱਲ੍ਹ ਨੂੰ ਕਿਸੇ ਦੀ ਹੋਰ ਵੀ ਗ੍ਰਿਫਤਾਰੀ ਹੋ ਸਕਦੀ ਆ। ਜਦੋਂ ਵੀ ਕੋਈ ਐਸਾ ਐਕਸੀਡੈਂਟ ਹੁੰਦਾ ਉਹਦੇ ਨਾਲ ਲੋਕਾਂ ਜਦੋਂ ਰੋਹ ਵੱਧਦਾ, ਮਤਲਬ ਜਦੋਂ ਉਹਨੂੰ ਆਪਾਂ ਸਾਹਮਣੇ ਟੱਕਰ ਦਿੰਦੇ ਤਾਂ ਰੋਹ ਵੱਧਦਾ। ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਅੰਦਾਜ਼ਾ ਇਹ ਆ ਵੀ, ਜਾਂ ਨੌਦੀਪ ਦੀ ਗ੍ਰਿਫਤਾਰੀ ਤੋਂ ਪੰਜਾਬ ਦੇ ਵਿੱਚ ਅੱਗ ਝੁਲਸੀ ਆ 2-3 ਦਿਨਾਂ ਤੋਂ, ਹਨਾ। ਤਾਂ ਲੋਕਾਂ ਦੇ ਵਿੱਚ ਜ਼ਿਆਦਾ ਰੋਹ ਆਇਆ। ਇਹ ਰੋਹ ਵਧੂਗਾ, ਦਾ ਨਹੀਂਗਾ, ਇਹ ਪਿੱਛੇ ਨਹੀਂ ਹਟਦਾਗਾ। ਮਤਲਬ ਜਦੋਂ ਕਹਿੰਦੇ ਹੁੰਦੇ ਆ ਕੋਈ ਧੱਕਾ ਕਰਦਾ ਤਾਂ ਧੱਕੇ ਦੇ, ਜ਼ੁਲਮ ਦੇ ਖਿਲਾਫ ਧਰਮੀ ਹਮੇਸ਼ਾ ਉੱਠਦੇ ਹੀ ਹੁੰਦੇ ਆ, ਤੇ ਉੱਠਣਗੇ ਲੋਕ।
ਹੁਣ ਕੀ ਚਾਹੁੰਦੇ ਹੋ ਆਗੂ ਨੇ ਜਿਹੜੇ ਜਿੰਨੇ ਵੀ ਲੋਕ ਸੰਘਰਸ਼ ਵਾਸਤੇ ਜੂਝ ਰਹੇ ਨੇ, ਕਿਸਾਨੀ ਸੰਘਰਸ਼ ਦੇ ਜਿਹੜੇ ਮੂਰਲੀ ਕਤਾਰ ਦੇ ਆਗੂਆਂ ਦੇ ਵਿੱਚ ਹੋ ਕੇ ਚੱਲੇ ਨੇ, ਚਾਹੇ ਉਹ ਕੋਈ ਸਿਆਸੀ ਲੀਡਰ ਹੋਵੇ ਜਾਂ ਕਿਸਾਨੀ ਆਗੂ ਹੋਵੇ ਜਾਂ ਅਜਿਹਾ ਚਿਹਰਾ ਹੋਵੇ ਲੱਖੇ ਸਿਧਾਣੇ ਵਰਗਾ, ਦੀਪ ਸਿੱਧੂ ਵਰਗਾ, ਕੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇੱਕ ਵਾਰ ਫੇਰ ਦੇਖਣਾ ਚਾਹੁੰਦੇ ਹੋ? ਬਿਲਕੁਲ ਅਸੀਂ ਸਾਡੀ ਤਾਂ ਪਹਿਲੇ ਦਿਨ ਤੋਂ ਕੋਸ਼ਿਸ਼ ਹੈ ਇਹ। ਅਸੀਂ 26 ਤਰੀਕ ਤੋਂ ਇੱਥੇ ਹਾਂ। ਅਸੀਂ 20 ਤਰੀਕ ਨੂੰ ਇਸ ਚੀਜ਼ ਨੂੰ ਭਾਂਪ ਕੇ ਵੀ ਕਈਆਂ ਆਗੂਆਂ ਨਾਲ ਰਾਬਤਾ ਕਰਨ ਦਾ ਕੋਸ਼ਿਸ਼ ਕੀਤੀ ਸੀ ਵੀ ਇੱਕ ਪਲੇਟਫਾਰਮ ਤੇ ਹੀ ਚੱਲਿਆ ਜਾਵੇ। ਜਦੋਂ ਅਸੀਂ ਇੱਕ ਪਲੇਟਫਾਰਮ ਤੇ ਬਹਿ ਕੇ ਇੱਕ ਪ੍ਰੋਗਰਾਮ ਦਵਾਂਗੇ ਫਿਰ ਦੂਜੇ ਤੀਜੇ ਸੀ ਰਾਹ ਨਾ ਪੈਂਦੇ ਹਨਾ, ਨੌਜਵਾਨੀ ਨੂੰ ਸਾਂਭ ਕੇ ਰੱਖਦੇ। ਕਿਉਂਕਿ ਜਿੱਡਾ ਵੱਡਾ 25 26 ਦਾ ਇਕੱਠ ਸੀਗਾ ਹਨਾ, ਉਹਨੂੰ ਬੜੇ ਸੁਚੱਜੇ ਢੰਗ ਨਾਲ ਸਾਂਭਣ ਦੀ ਲੋੜ ਸੀ। ਉਹ ਜਿਹੜਾ ਸਾਤੋਂ ਤਾਂ ਨਹੀਂ ਕਹਿ ਸਕਦੇ, ਉਹ ਜ਼ਿਆਦਾ ਇਕੱਠ ਹੋਣ ਦੇ ਕਾਰਨ ਮਤਲਬ ਮੰਨ ਰਹੇ ਆ ਵੀ ਇੱਕ ਲੋਕਾਂ ਦਾ ਬਹਾਓ ਉਧਰ ਨੂੰ ਚਲਿਆ ਗਿਆ। ਉਹ ਜਾਂ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਕੋਈ ਹੋਰ ਆਗੂ ਇੰਨੀ ਨਹੀਂ ਸੀ ਰੱਖ ਰਿਹਾ ਵੀ ਅਹਿਮੀਅਤ ਰੱਖਦਾ ਕਿਸੇ ਨੂੰ ਇਕੱਠੇ ਕਰਕੇ ਲੈ ਜਾਂਦਾ। ਉਹ ਕੁਦਰਤੀ ਸਰਕਾਰ ਜਦੋਂ ਲੋਕ ਮੂਹਰੇ ਤੁਰ ਪਏ, ਸਰਕਾਰ ਉਹਨਾਂ ਨੂੰ ਰਾਹ ਬਣਾਉਂਦੀ ਗਈ। ਉਹ ਕੁਦਰਤ ਕੰਨੀ ਉਹ ਸਰਕਾਰ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਗਈ ਜਿੱਥੇ ਲੈ ਕੇ ਜਾਣਾ ਚਾਹੁੰਦੀ ਸੀ। ਔਰ ਬਹੁਤ ਵੱਡੇ ਮਤਲਬ ਐਕਸੀਡੈਂਟ ਦੀ ਮਾਰਚ ਸੀ ਜੋ ਨਹੀਂ ਹੋਈ, ਕਿਉਂਕਿ ਲੋਕ ਸਿਆਣੇ ਹੋ ਚੁੱਕੇ ਆ। ਔਰ ਪੰਜਾਬ ਦੇ ਲੋਕ ਸ਼ਾਂਤੀਮਈ ਅੰਦੋਲਨ ਕਰ ਰਹੇ ਆ, ਹਰਿਆਣੇ ਦੇ ਲੋਕ ਆ, ਯੂਪੀ ਦੇ ਆ, ਮਤਲਬ ਰਾਜਸਥਾਨ ਦੇ ਆ। ਇਹ ਜਿੰਨਾ ਵੀ ਚੱਲ ਰਿਹਾ ਸ਼ਾਂਤੀਮਈ ਚੱਲਦਾ ਕਰਕੇ ਔਰ ਸ਼ਾਂਤਮਈ ਹੀ ਰੱਖਣਾ ਚਾਹੁੰਦੇ ਕਰਕੇ ਐਕਸੀਡੈਂਟ ਬਚ ਗਿਆ। ਹੋ ਸਕਦਾ ਸੀ ਜਿੱਡਾ ਵੱਡਾ ਇਕੱਠ ਸੀ ਸਰਕਾਰ ਦੇ ਨਾਲ ਟਕਰਾਅ ਹੋ ਸਕਦੇ, ਪਰ ਚਲੋ ਪ੍ਰਮਾਤਮਾ ਨੇ ਮਤਲਬ ਸਾਡੀ ਨੌਜਵਾਨੀ ਦੀ ਰੱਖਿਆ ਕੀਤੀ ਮੰਨਦੇ ਆ ਨਾ। ਜਦੋਂ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਅੰਦੋਲਨ ਨੂੰ ਪਰਮੇਸ਼ਰ ਚਲਾ ਰਿਹਾ, 26 ਤਰੀਕ ਨੂੰ ਦੀਪ ਜਾਂ ਲੱਖਾ ਜਾਂ ਕੋਈ ਹੋਰ ਕਿਵੇਂ ਚਲਾ ਗਿਆ, ਇਹ ਉਸ ਦਿਨ ਵੀ ਪਰਮੇਸ਼ਰ ਦੀ ਕਲਾ ਹੀ ਵਰਤ ਗਈ। ਜੋ ਹੋ ਗਿਆ ਚੰਗਾ ਮਾੜਾ ਇਹਦੇ ਤੇ ਮਿੱਟੀ ਪਾ ਕੇ ਆਉਣ ਵਾਲੇ ਸਮੇਂ ਲਈ ਅੱਗੇ ਵਧਣ ਲਈ, ਅਗਲੇ ਪ੍ਰੋਗਰਾਮਾਂ ਲਈ ਔਰ ਇਕੱਠੇ ਹੋ ਕੇ ਲੜਨ ਦੀ ਲੋੜ ਆ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਸਾਰੇ ਪੰਜਾਬ ਦੇ ਆਗੂ, ਫਿਰ ਤੋਂ ਪੂਰੇ ਭਾਰਤ ਦੇ ਆਗੂ ਜਿੰਨੇ ਵੀ ਕਿਸਾਨ ਆਗੂ ਨੇ ਜਾਂ ਹੋਰ ਜਿਹੜੇ ਸੰਘਰਸ਼ ਵਾਸਤੇ ਜੂਝ ਰਹੇ ਨੇ, ਉਹ ਇਕੱਠੇ ਹੋ ਕੇ ਇੱਕ ਪਲੇਟਫਾਰਮ ਉੱਤੇ ਆ ਜਾਣ। ਪਰ ਜਿਹੜੀ ਕਿਸਾਨ ਜਥੇਬੰਦੀਆਂ ਨੇ ਤਾਂ ਆਪਸ ਦੇ ਵਿੱਚ ਪਾਟੋ ਧੜ ਹੋਈਆਂ ਪਈਆਂ ਨੇ। ਸੁਰਜੀਤ ਫੂਲ ਨੂੰ ਤੇ ਹਰਪਾਲ ਸਿੰਘਾਂ ਨੂੰ ਪਹਿਲਾਂ ਹੀ ਜਿਹੜਾ ਮੁਅੱਤਲ ਕਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਤਾਂ ਕੀ ਲੱਗਦਾ ਇਹ ਇਕੱਠੇ ਹੋ ਪਾਉਣਗੇ? ਬਿਲਕੁਲ ਇਕੱਠੇ ਹੋਣਗੇ, ਲੋਕਾਂ ਦਾ ਰੋਹ ਇਹਨਾਂ ਨੂੰ ਇਕੱਠਾ ਕਰੂਗਾ। ਇਹ ਪਿੱਛੇੋਂ ਵੀ ਪਹਿਲਾਂ ਵੀ ਇਹ 25 ਤੋਂ ਪਹਿਲਾਂ ਵੀ ਚੜੂਨੀ ਸਾਹਿਬ ਦਾ ਇੱਕ ਵਾਰੀ ਬਿਆਨ ਵੀ ਆਇਆ ਸੀ, ਤੁਸੀਂ ਸੁਣਿਆ ਹੋਊ ਵੀ ਅਸੀਂ ਤਾਂ ਲੋਕਾਂ ਦੇ ਡਰ ਤੋਂ ਇਕੱਠੇ ਹਾਂ। ਔਰ ਜਿਹੜਾ ਇੱਥੇ ਸੰਘਰਸ਼ ਗਰਦਾਰੀ ਬਿਆਨ ਨੂੰ ਸਹੀ ਮੰਨਦੇ ਹੋ? ਜੇ ਹੁਣ ਐਡੇ ਵੱਡੇ ਲੀਡਰ ਨੇ ਦਿੱਤਾ ਤਾਂ ਉਹ ਸਹੀ ਹੀ ਹੋਊਗਾ, ਉਹਨੇ ਸੋਚ ਕੇ ਹੀ ਦਿੱਤਾ। ਉਹ ਐਡਾ ਵੱਡਾ ਬਿਆਨ ਤੁਸੀਂ ਤਾਂ ਪੱਤਰਕਾਰਾਂ ਨੂੰ ਦਿੱਤਾ ਨਾ ਉਹਨਾਂ ਨੇ ਵੀ ਅਸੀਂ ਲੋਕਾਂ ਦੇ ਰੋਹ ਤੋਂ ਇਕੱਠੇ ਹਾਂ। ਔਰ ਜਿਹੜਾ ਇੱਥੇ ਗਦਾਰੀ ਕਰੂਗਾ, ਪਿੱਛੇ ਹਟੂਗਾ, ਲੋਕ ਉਹਦਾ ਮਤਲਬ ਕੀ ਅਸਰ ਕਰਨਗੇ। ਇੱਥੇ ਤਾਂ ਫਿਰ ਗੱਲ ਇਹ ਹੋਊਗੀ ਵੀ ਜਾਂ ਤਾਂ ਗਦਾਰ ਹੋਣਗੇ, ਲੰਗੂ ਰਾਹ ਤੇ ਤੁਰਨਗੇ, ਸੰਤ ਜਰਨ ਪਿੰਡਰਾਂ ਵਾਲੇ ਦੇ ਰਾਹ ਤੇ ਤੁਰਨਾ ਬਣੇ ਤਾਂ ਦੋ ਹੀ ਰਾਹ ਨੇ। ਜਿਹੜਾ ਜਿੱਧਰ ਨੂੰ ਭੱਜੂਗਾ ਉਹਦੀ ਉਧਰ ਲਈ। ਜੇ ਕੋਈ ਗਦਾਰੀ ਕਰਦਾ ਹੈ ਤਾਂ ਉਹਦਾ ਪ੍ਰਣਾਮ ਕੀ ਹੋਊਗਾ? ਉਹਦਾ ਅਸਰ ਉਹੀ ਜੋ ਕੌਮ ਅੱਜ ਤੱਕ ਕਰਦੀ ਰਹੀ ਹੈ ਗਦਾਰਾਂ ਨਾਲ, ਜੋ ਡੋਗਰਿਆਂ ਨਾਲ ਅੱਜ ਤੱਕ ਹੋਇਆ ਵਾ, ਉਹ ਆਪੇ ਜਾਣਨਗੇ। ਜਿਹੜੇ ਕਰਨਗੇ ਇਸ ਸੰਘਰਸ਼ ਦੇ ਵਿੱਚ ਬੱਚਾ ਇਨਵੋਲਵ ਆ ਔਰ ਹਰ ਬੰਦੇ ਦੀ ਮਿਹਨਤ ਦੀ ਕਮਾਈ ਲੱਗ ਰਹੀ ਆ ਔਰ 5 ਪੈਸੇ ਲੋਕ ਆਪਦੀ ਮਿਹਨਤ ਚੋਂ ਦੇ ਰਹੇ ਆ। ਜਿਹੜਾ ਇੱਥੇ ਇਸ ਪਲੇਟਫਾਰਮ ਤੇ ਗਦਾਰੀ ਕਰੂਗਾ ਉਹਦੀਆਂ ਕੁੱਲਾਂ ਕਦੇ ਵੀ ਸੁੱਖ ਨਹੀਂ ਪਾਉਣਗੀਆਂ ਔਰ ਬਦਨਾਮੀ ਦਾ ਜਿਹੜਾ ਦਾਗ ਆ ਉਹ ਸਦੀਆਂ ਤੱਕ ਨਹੀਂ ਢਹਿਣਾ। ਏਡੇ ਵੱਡੇ ਮਤਲਬ ਅੰਦੋਲਨ ਸਾਡੇ ਬਾਪ ਦਾਦਿਆਂ ਦੀ ਸੁਰਤ 'ਚ ਵੀ ਨਹੀਂ ਹੋਇਆ ਜਿਹੜਾ ਅੱਜ ਹੋ ਰਿਹਾ ਵਾ, ਕਿਉਂਕਿ ਇਹਨੂੰ ਅਸੀਂ 2 ਮਹੀਨੇ ਤੋਂ ਲਗਾਤਾਰ ਇਹਦੇ ਵਿੱਚ ਇਨਵੋਲਵ ਆ। ਪੰਜਾਬ ਤੋਂ ਵੀ ਇਨਵੋਲਵ ਹੁੰਦੇ ਆਏ ਆ, ਜਥੇਬੰਦੀਆਂ ਜੋ ਪ੍ਰੋਗਰਾਮ ਦਿੰਦੀਆਂ ਰਹੀਆਂ ਨੇ, ਜੋ ਸੰਯੁਕਤ ਮੋਰਚੇ ਦੀਆਂ ਕਾਲਾਂ ਆਉਂਦੀਆਂ ਰਹੀਆਂ ਉਹ ਵੀ ਕਰਦੇ ਰਹੇ ਆ। ਕੱਲ੍ਹ ਵੀ ਅਸੀਂ ਨੌਦੀਪ ਦੇ ਹੱਕ 'ਚ ਇੱਕ ਮਾਰਚ ਕਰਕੇ ਆਏ ਆ ਵੀ ਲੁਧਿਆਣੇ ਦੇ ਵਿੱਚ ਸ਼ਹਿਰ ਦੇ ਵਿੱਚ ਮਾਰਚ ਕੀਤਾ ਵੀ ਇੱਕ ਬੇਟੀ ਆ, ਚਲੋ ਜਿਵੇਂ ਵੀ ਜੋ ਵੀ ਹੈਗਾ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਆ। ਔਰ ਕੱਲ੍ਹ ਨੂੰ ਹੋਰ ਲੋਕ ਵੀ ਅੱਜ ਵਾਲੀ ਗ੍ਰਿਫਤਾਰੀ ਤੇ ਵੀ ਮੈਂ ਤੁਹਾਨੂੰ ਪੱਕਾ ਯਕੀਨ ਦਿਵਾਉਣਾ ਵੀ ਪੰਜਾਬ ਦੇ ਵਿੱਚ ਇਹ ਵੀ ਇੱਕ ਲਹਿਰ ਬਣ ਜਾਣੀ ਆ। ਕਿਉਂ ਚਾਹੇ ਉਹ ਦੀਪ ਦੀ ਨਹੀਂ, ਜੇ ਉਹ ਰਾਜੇਵਾਲ ਸਾਹਿਬ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਜਾਂ ਕਿਸੇ ਹੋਰ ਲੀਡਰ ਦੀ ਵੀ ਤਾਂ ਵੀ ਬਣਦੀ। ਕਿਉਂਕਿ ਅੱਜ ਜਿਹੜਾ ਸੰਘਰਸ਼ ਲੜ ਰਿਹਾ ਨੌਜਵਾਨ, ਚਾਹੇ ਉਹ ਸਾਡੇ ਬਜ਼ੁਰਗ ਆਗੂ ਆ, ਉਹਨਾਂ ਦੇ ਲਈ ਸਾਨੂੰ ਵੀ ਖੜਨਾ ਜ਼ਰੂਰੀ ਆ। ਜੇ ਇਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਤਾਂ ਫਿਰ ਅਸੀਂ ਕਿਵੇਂ ਲੜਾਂਗੇ? ਫਿਰ ਤਾਂ ਪਹਿਲਾਂ ਕੁਛ ਤਾਂ ਪਹਿਲਾਂ ਕਹੀ ਜਾਂਦੇ ਅਸੀਂ ਬੇਲਗਾਮ ਆ, ਫਿਰ ਤਾਂ ਜਮਾਂ ਹੀ ਬੇਲਗਾਮ ਹੋ ਜਾਊਗਾ ਤੇ ਸਾਂਭਣ ਵਾਲੇ ਨਹੀਂ ਰਹਿਣੇ। ਅਸਲ ਵਿੱਚ ਅੱਜ ਲੋੜ ਆ ਸਮੇਂ ਨੂੰ। ਅੱਜ ਮੈਂ ਚਾਹੁੰਦਾ, ਅਸੀਂ ਤਾਂ ਇਹ ਚਾਹੁੰਦੇ ਸੀ ਸਟੇਜ ਤੋਂ ਐਲਾਨ ਹੋਣਾ ਚਾਹੀਦਾ ਵਾ ਬਈ ਭਾਈ ਇਹਨਾਂ ਆਗੂਆਂ ਦੀ ਖਾਤਰ ਆਪਾਂ ਕੋਈ ਵੱਡਾ ਕਦਮ, ਵੱਡੀ ਕਾਲ ਦਈਏ। ਪੰਜਾਬ ਦੇ ਕੋਈ ਡੀਸੀ ਦਫ਼ਤਰਾਂ 'ਚ ਬੈਠੀਏ ਜਾਂ ਕਿਤੇ ਹੋਰ ਬੈਠੀਏ, ਉਹਨਾਂ ਚਿਰ ਬੈਠੀਏ ਜਿੰਨਾ ਚਿਰ ਬੱਚੇ ਛੱਡਦੇ ਨਹੀਂਗੇ। ਨੌਜਵਾਨ ਕੁੜੀ ਨੂੰ, ਇਹਨੂੰ ਦੀਪ ਨੂੰ, ਜਿੰਨਾ ਚਿਰ ਇਹਨਾਂ ਨੂੰ ਤਾਂ ਪਹਿਲਾਂ ਛਡਾਈਏ ਸੰਘਰਸ਼ ਵਾਲੀ ਲਾਈਨ ਤੋਂ, ਤਾਂ ਭਟਕ ਜਾਂਗੇ ਜੇ ਇਹ ਅੰਦਰ ਜਾਣ ਲੱਗ ਗਏ। ਜਿਵੇਂ ਬਾਈ ਜੀ ਨੇ ਕਿਹਾ ਹੈ ਕਿ ਜਿਹੜੇ ਨੌਜਵਾਨ ਬਾਕੀ ਫੜੇ ਗਏ ਨੇ ਉਹਨਾਂ ਦੇ ਵਿੱਚ ਇੱਕ ਨਾਮ ਦੀਪ ਸਿੱਧੂ ਦਾ ਵੀ ਆ ਜਾਣਾ ਚਾਹੀਦਾ, ਨਵਦੀਪ ਕੌਰ ਦਾ ਵੀ ਆ ਜਾਣਾ ਚਾਹੀਦਾ। ਤੁਸੀਂ ਵੀ ਇਹ ਚਾਹੁੰਦੇ ਹੋ ਕਿ ਜਿਨ੍ਹਾਂ ਨੂੰ ਰਿਹਾ ਕਰਨ ਦੀ ਮੰਗ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ, ਉਹਨਾਂ ਦੇ ਵਿੱਚ ਇਹ 2 ਨਾਮ
ਦੀਪ ਸਿੱਧੂ ਅਤੇ ਨਵਦੀਪ ਕੌਰ ਦਾ ਵੀ ਸ਼ਾਮਲ ਹੋ ਜਾਣਾ ਚਾਹੀਦਾ? ਚਾਹੀਦਾ ਇਹ ਜ਼ਰੂਰ ਕਰਨਾ ਚਾਹੀਦਾ ਜੀ, ਉਹਨਾਂ ਦੇ ਇਹਨਾਂ ਦੇ ਕਿਉਂ ਨਹੀਂ? ਕਿਉਂਕਿ ਇਹ ਵੀ ਅਗਵਾਈ ਕਰ ਰਹੇ ਸੀਗੇ, ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੇ ਆ ਵੀ। ਇਹਨਾਂ ਦਾ ਵੀ ਜ਼ਰੂਰ ਨਾਮ ਬਚਾਉਣਾ ਚਾਹੀਦਾ, ਇਹਨਾਂ ਵਾਸਤੇ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਇਹਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਇਹਨਾਂ ਵਾਸਤੇ। ਬਿਲਕੁਲ। ਇਹ ਨਹੀਂ ਲੱਗਦਾ ਕਿ ਜਿਵੇਂ ਇੱਕ ਵਾਰ ਸੰਘਰਸ਼ ਖਿੰਡ ਪੁੰਡ ਜੇ ਗਿਆ, ਲੱਗਦਾ ਸੀਗਾ ਕਿ ਹੁਣ ਨਹੀਂ, ਹੁਣ ਕੁਝ ਨਹੀਂ ਹੋਵੇਗਾ, ਹੁਣ ਖਿੰਡ ਜਾਵੇਗਾ ਸਭ ਕੁਝ, ਤੇ ਇਹ ਰੋਹ ਜਿਹੜੇ ਉੱਠ ਰਹੇ ਨੇ, ਜਿਵੇਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਲੋਕ ਰੋਹ ਉੱਠ ਰਿਹਾ ਹੈ, ਤਾਂ ਉਹਦੇ ਨਾਲ ਸੰਘਰਸ਼ ਨੂੰ ਇੱਕ ਵਾਰ ਫੇਰ ਹੋਰ ਬਲ ਮਿਲੇਗਾ? ਦੇਖੋ ਜਿਵੇਂ ਗ੍ਰਿਫਤਾਰੀ ਟਕੈਤ ਦੀ ਹੋਈ ਸੀ, ਚੱਲੀ ਸੀ ਨਾ ਹੁਣ ਉਸ ਰਾਤ, ਤੇ ਉਹ ਟਕੈਤ ਸਾਹਿਬ ਦੇ ਹੰਝੂਆਂ ਨੇ ਰੋਹ ਉੱਠਿਆ। ਜੇ ਗ੍ਰਿਫਤਾਰੀ ਹੋ ਜਾਂਦੀ ਤਾਂ ਉਸ ਦਿਨ ਤਾਂ ਅੱਜ ਵਾਲੇ ਨਤੀਜੇ ਨਾ ਹੁੰਦੇ, ਸ਼ਾਇਦ ਹੋਰ ਹੁੰਦੇ ਹਨ। ਇਹ ਗ੍ਰਿਫਤਾਰੀਆਂ ਰੋਹ ਠਾਲਣੀਆਂ ਲੋਕਾਂ ਦਾ 100%। ਇਹ ਗੱਲ ਆ ਵੀ ਇੱਥੇ ਤਕਰੀਬਨ ਲੋਕਾਂ ਜਿਹੜੇ ਨਹੀਂ ਆਉਂਦੇ ਉਹਨਾਂ ਦੇ ਸੋਚਣ ਦੀ ਗੱਲ ਆ ਵੀ ਇਹ ਖਿੰਡ ਜੂਗਾ, ਜਿਹੜੇ ਇੱਥੇ ਬੈਠੇ ਉਹਨਾਂ ਦੇ ਮਨ 'ਚ ਨਹੀਂ ਸੀਗਾ ਵੀ ਇਹ ਖਿੰਡ ਜੂਗਾ। ਕਿਉਂਕਿ ਇੱਕ ਜਿਹੜਾ ਰਵੱਈਆ ਦੀਪ ਸਿੱਧੂ ਵਾਸਤੇ 27, 28, 29 ਇਹ ਦਿਨਾਂ ਦੇ ਵਿੱਚ ਪ੍ਰਚਾਰਿਆ ਗਿਆ, ਉਹ ਕਿਤੇ ਨਾ ਕਿਤੇ ਹੁਣ ਬਦਲਦਾ ਨਜ਼ਰ ਆ ਰਿਹਾ, ਕਿਉਂਕਿ ਵੱਡੀ ਸੰਖਿਆ ਦੇ ਵਿੱਚ ਲੋਕ ਉਹਦੇ ਨਾਲ ਖੜਦੇ ਨਜ਼ਰ ਆ ਰਹੇ ਨੇ। ਇਹ ਕਈ ਵਾਰੀ ਨਾ ਅਸੀਂ ਮਤਲਬ ਤੱਤੇ ਘਾਹ ਫੈਸਲੇ ਲੈ ਗਏ। ਨਲਾਇਕੀ ਸਰਕਾਰ ਦੀ ਸੀ, ਰੋਹ ਲੋਕਾਂ ਦਾ ਸੀ, ਚਲੇ ਗਏ। ਔਰ ਅਸੀਂ ਉਹਨੂੰ ਜਲਦੀ 'ਚ ਮੈਨੂੰ ਲੱਗਦਾ ਜਾਂ ਕਿਸੇ ਦੀ ਭੁੱਲ ਹੋ ਗਈ ਆ ਜਾਂ ਕੋਈ ਸ਼ਰਾਰਤ ਕਰਦਾ, ਕੀ ਹੋਇਆ ਪ੍ਰਮਾਤਮਾ ਨੂੰ ਪਤਾ, ਹਨਾ। ਜਲਦੀ 'ਚ ਕਦੇ ਵੀ ਕੋਈ ਫੈਸਲਾ ਨਹੀਂ ਲਿਆ ਜਾਂਦਾ, ਔਰ ਐਡੇ ਵੱਡੇ ਲੀਡਰਾਂ ਨੂੰ ਕਦੇ ਵੀ ਇਹੋ ਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ, ਕਿਉਂਕਿ ਈਵਨ ਉਹ ਐਕਸੀਡੈਂਟ ਸੀ, ਉਹ ਮਿਥਿਆ ਹੁੰਦਾ ਤਾਂ ਫਿਰ ਉਹ ਪ੍ਰਚਾਰਿਆ ਜਾਂਦਾ। ਜੇ ਉਹ ਮਿਥਿਆ ਨਹੀਂ ਸੀ ਤਾਂ ਪ੍ਰਚਾਰਿਆ ਨਹੀਂ ਸੀ ਤਾਂ ਇੰਨੇ ਲੋਕਾਂ ਦਾ ਚਲੇ ਜਾਣਾ। ਮੇਰੇ ਕੋਲੇ ਕਈ ਕਿਸਾਨ ਆਗੂਆਂ ਦੇ ਜਿਹੜੇ ਜ਼ਿਲ੍ਹੇ ਪ੍ਰਧਾਨ ਦੇ ਜ਼ਿਲ੍ਹਾ ਤੱਕ ਪ੍ਰਧਾਨ ਨੇ, ਇੱਕ ਦੋ ਬੰਦਿਆਂ ਦੀਆਂ ਮੇਰੇ ਦੋਸਤ ਨੇ ਫੋਟੋਆਂ ਵੀ ਖਿੱਚੀਆਂ, ਉਹ ਵੀ ਲਾਲ ਕਿਲੇ ਗਏ ਆ। ਉਹ ਕਿਵੇਂ ਚਲੇ ਗਏ? ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਮਤਲਬ ਉਹ ਵੀ ਬਸ ਭਾਵਨਾ 'ਚ ਚਲੇ ਗਏ ਨਾ, ਕੋਈ ਐ ਨਹੀਂ ਚਲਿਆ ਗਿਆ, ਕੋਈ ਮਿੱਥ ਕੇ ਚਲਿਆ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਵੱਡੇ ਚਿਹਰੇ ਨੇ ਉਹ ਵੀ ਉੱਥੇ ਦੇਖੇ ਗਏ ਨੇ। ਦੇਖੇ ਗਏ ਆ, ਮਜਨੂ ਟਿੱਲੇ ਤੱਕ ਤਾਂ ਤਕਰੀਬਨ ਕਈ ਵੱਡੇ ਚਿਹਰੇ ਚਲੇ ਗਏ, ਵੱਡੇ ਚਿਹਰੇ ਚਲੇ ਗਏ, ਹਨਾ। ਚਲੋ ਹੋ ਸਕਦਾ ਜੋ ਬੀਤ ਗਈ ਸੀ ਉਹ ਬੀਤੀ ਨੂੰ ਸੰਭਾਲਣ ਦੀ ਲੋੜ ਸੀ। ਉਹ ਜਿਹੜਾ ਅਸੀਂ ਸਮਾਂ ਸੀ ਇੱਕ ਦੂਜੇ ਨੂੰ ਭੰਡਣ ਦੀ ਬਜਾਏ ਤੇ ਇੱਕ ਦੂਜੇ ਦਾ ਸਾਥ ਦਿੰਦੇ ਵੀ ਇਹ ਲੋਕ ਰੋਹ ਕਰਿਆ ਆ। ਜੋ ਹੋ ਗਿਆ ਉਹ ਇੱਕ ਮਤਲਬ ਸਰਕਾਰ ਦੇ ਖਿਲਾਫ ਸਾਡਾ ਰੋਹ ਆ, ਉਹ ਉਸ ਰੋਜ਼ ਚਲੇ ਗਏ, ਪਰ ਗਏ ਅਸੀਂ ਨਹੀਂ, ਸਾਨੂੰ ਸਰਕਾਰ ਲੈ ਕੇ ਗਈ ਆ। ਇਹ 100% ਜਿਹੜੇ ਇੱਥੇ ਬੰਦੇ ਆ, ਜਿਹੜੇ ਲਗਾਤਾਰ ਨੇ, ਜਿਹੜੇ ਉਹ ਚਾਹੇ ਉਹ ਲੇਟ ਗਏ ਆ, ਕਿਉਂਕਿ ਸਰਕਾਰ ਦੇ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਸੀਗੇ ਜਿਸ ਤਰ੍ਹਾਂ ਦੇ ਲਾਲ ਕਿਲੇ ਦੇ ਪ੍ਰਬੰਧ ਚਾਹੀਦਾ। ਕੱਲ੍ਹ ਨੂੰ ਤਾਂ ਕੋਈ ਲੋਕ ਸਭਾ ਚਲੇ ਜਾਊ, ਪਰਸੋਂ ਨੂੰ ਕੋਈ ਰਾਸ਼ਟਰਪਤੀ ਭਵਨ ਚਲੇ ਜਾਊ, ਤੇ ਕਿਸੇ ਦਿਨ ਪ੍ਰਧਾਨ ਮੰਤਰੀ ਹਾਊਸ ਵੀ ਚਲੇ ਜਾਊ, ਜੇ ਸਾਡੀ ਸਿਕਿਉਰਿਟੀ ਦੇਸ਼ ਦੀ ਇਹੋ ਜਿਹੀ ਆ। ਇਹ ਬਿਲਕੁਲ ਨਹੀਂ ਸੀ ਆਪਸੀ ਲੜਾਈ, ਨਹੀਂ ਸੀ ਲੜਾਈ, ਸੀ ਸਰਕਾਰ ਦੇ ਵਿਰੋਧ 'ਚ, ਔਰ ਸਰਕਾਰ ਦੇ ਵਿਰੋਧ 'ਚ ਹੀ ਰਹਿਣੀ ਚਾਹੀਦੀ ਆ। ਆਪਸੀ ਲੜਾਈ ਨੂੰ ਛੱਡ ਕੇ ਸਾਰਾ ਕੁਝ ਮਤਭੇਦ ਭੁਲਾ ਕੇ ਉਹ ਬੱਚੇ ਨੇ, ਦੀਪ ਸਿੱਧੂ ਬੱਚਾ ਵਾ, ਲੱਖਾ ਸਿਧਾਣਾ ਬੱਚਾ ਵਾ, ਰਾਜੇਵਾਲ ਵਰਗੇ ਸੀਨੀਅਰ ਆਗੂ ਆ, ਡੱਲਾ ਸਾਹਿਬ ਆ, ਸਾਡੇ ਬਲਦੇਵ ਸਿੰਘ ਡੱਲੇਵਾਲ ਸਾਹਿਬ ਆ, ਸਰਸਾ ਸਾਹਿਬ, ਇਹ ਸਾਡੇ ਬਾਪ ਨੇ। ਗਲਤੀ ਹੋ ਸਕਦੀ ਆ, ਇਹ ਬੱਚਿਆਂ ਨੂੰ ਮਤਲਬ ਸੁਧਾਰਨ ਦਾ ਮੌਕਾ ਪਾ ਕੇ ਵੀ ਸਮਝਾਇਆ ਜਾ ਸਕਦਾ ਸੀਗਾ। ਹਾਲਾਂਕਿ ਇਹ ਅਪੀਲਾਂ ਆਈਆਂ ਗਈਆਂ, ਸਾਨੂੰ ਇੱਕ ਸਟੇਜ ਤੇ ਭਾਓ, ਸਾਨੂੰ ਇੱਕ ਥਾਂ ਤੇ ਏਕਾ ਕਰ ਲਈਏ, ਚਲੋ ਨਹੀਂ ਹੋ ਸਕੀਆਂ, ਕੋਈ ਗਲਤੀਆਂ ਹੋ ਜਾਂਦੀਆਂ ਨੇ, ਪਰ ਹਜੇ ਮੌਕਾ ਹੈਗਾ, ਕੋਈ ਨਹੀਂ, ਹਜੇ ਕੁਝ ਨਹੀਂ ਵਿਗੜਿਆ। ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ, ਇਕੱਠੇ ਹੋ ਸਕਦੇ ਆ, ਔਰ ਇਕੱਠੇ ਹੋ ਕੇ ਤਕੜੇ ਹੋਣਗੇ, ਔਰ ਇਹ ਸੰਘਰਸ਼ ਪ੍ਰਮਾਤਮਾ ਕਰੂਗਾ, ਇਹ ਜਿੱਤਾਂਗੇ ਵੀ। ਔਰ ਇਹ ਮਤਲਬ ਅੱਜ ਲੋੜ ਆ ਸੰਭਾਲਣ ਦੀ, ਅੱਜ ਇਸ ਨੂੰ ਸਟੇਜ ਤੋਂ ਇੱਕ ਸੁਰ ਦੇ ਵਿੱਚ ਸੰਭਾਲੀ ਜਾਵੇ। ਕੋਈ ਆਗੂ ਕਿਸੇ ਦੇ ਉਲਟ, ਕਿਸੇ ਦੇ ਗਲਤ ਬਿਆਨ ਦੇਣ ਦਾ ਤਾਂ ਸਮਾਂ ਹੀ ਨਹੀਂ ਹੈਗਾ। ਮੇਰਾ ਆਖਰੀ ਸਵਾਲ ਹੈ ਜੀ ਕਿ ਜਿਵੇਂ ਪਹਿਲਾਂ ਇਹ ਸੰਘਰਸ਼ ਜਦੋਂ ਪੰਜਾਬ ਤੋਂ ਤੁਰਿਆ ਸੀ ਤਾਂ ਕਿਸਾਨ ਆਗੂਆਂ ਨੇ ਕਹਿ ਦਿੱਤਾ ਸੀ ਕਿ ਜਿੱਥੇ ਸਾਨੂੰ ਰੋਕ ਲਿਆ ਗਿਆ ਸੀ ਉੱਥੇ ਬੈਠ ਜਾਣਾ। ਖਨੌਰੀਏ ਤੇ ਸ਼ੰਭੂ ਤੇ ਕਿਸਾਨ ਆਗੂ ਬੈਠ ਗਏ ਸਨ, ਪਰ ਲੋਕ ਉਹਨਾਂ ਨੂੰ ਅੱਗੇ ਕੱਢ ਕੇ ਲੈ ਆਏ ਕਿ ਨਹੀਂ, ਅਸੀਂ ਅੱਗੇ ਜਾਣਾ, ਅਸੀਂ ਦਿੱਲੀ ਵੱਲ ਕੂਚ ਕਰਾਂਗੇ। ਕੀ ਹੁਣ ਵੀ ਇਹ ਲੱਗਦਾ ਹੈ ਕਿ ਲੋਕ ਫੇਰ ਇੱਕ ਵਾਰ ਉੱਠਣਗੇ ਅਤੇ ਕਿਸਾਨ ਆਗੂਆਂ ਨੂੰ ਕਹਿਣਗੇ ਨਹੀਂ, ਜਿਵੇਂ ਤੁਸੀਂ ਕਰਦੇ ਹੋ ਇਦਾਂ ਨਹੀਂ, ਇਦਾਂ ਹੋਣਾ ਚਾਹੀਦਾ, ਅਸੀਂ ਤੁਹਾਡੇ ਸਾਰਿਆਂ ਨੂੰ ਇੱਕ ਦੇਖਣਾ ਚਾਹੁੰਦੇ ਹਾਂ? ਬਿਲਕੁਲ, ਉਹ ਤੁਹਾਡੇ ਵਾਲੀ ਗੱਲ ਤੇ 26 ਨਵੰਬਰ ਵਾਲੀ ਗੱਲ ਤੇ ਮੈਂ ਆਵਾਂ। ਸ਼ੰਭੂ ਬਾਰਡਰ ਤੇ ਵੀ ਅਸੀਂ ਆ ਗਏ ਸੀਗੇ। ਜੇ ਬੈਠਣਾ ਸੀ ਤਾਂ ਉਦੋਂ ਅੱਗੇ ਆ ਕੇ ਕਈ ਕਿਸਾਨ ਯੂਨੀਅਨਾਂ ਦੇ ਲੀਡਰ ਵੀ ਸਾਡੇ ਨਾਲ ਬੈਰੀਕੇਡ ਪਰੇ ਹਟਾਉਂਦੇ ਰਹੇ। ਜੇ ਕਿਸਾਨ ਯੂਨੀਅਨ ਦਾ ਪਲਾਨ ਸੀ ਤਾਂ ਉਹ ਉੱਥੇ ਬਹਿ ਜਾਂਦੀਆਂ, ਜਿਹਨੇ ਦਿੱਲੀ ਆਉਣਾ ਸੀ ਆ ਜਾਂਦਾ। ਆਗੂ ਨਾ ਆਉਂਦੇ ਫਿਰ ਮੋਰਚੇ ਦਾ ਕੱਲ ਕੀ ਸੀ? ਜੇ ਗਦਾਰ ਤਾਂ ਫਿਰ ਉਦਣ ਵੀ ਸਾਰੇ ਸੀ, 26 ਤਰੀਕ ਵਾਲੇ ਵੀ ਸਾਰੇ ਗਦਾਰ ਆ, ਕਿਉਂਕਿ ਆਪਾਂ ਤਾਂ ਨਾ ਆਪਾਂ ਸ਼ੰਭੂ ਮੋਰਚਾ ਟੱਪਣਾ ਸੀ, ਨਾ ਆਪਾਂ ਮਤਲਬ ਉਧਰਲੇ ਬਾਰਡਰਾਂ ਤੋਂ ਗਾਂਹ ਆਉਣਾ ਸੀਗਾ, ਖਨੌਰੀ ਬਾਰਡਰ ਤੋਂ ਆਪਾਂ ਗਾਂਹ ਆਉਣੇ, ਆਪਾਂ ਤਾਂ ਉੱਥੇ ਹੀ ਬੈਠਣਾ ਸੀ। ਉਹ ਲੋਕ ਰੋ ਆਪਾਂ ਕਾਲ ਦਿੱਲੀ ਚੱਲੋ ਦੀ ਸੀ ਤਾਂ ਦਿੱਲੀ ਚੱਲੋ ਲਿਆਏ, ਕਾਲ ਰਿੰਗ ਰੋਡ ਦੀ ਸੀ। ਮਤਲਬ ਸਾਡੀ ਕਾਲ ਸਰਕਾਰ ਨੂੰ ਜਿਹੜੀ ਦਿੱਤੀ ਹੈ, ਕਦੇ ਵੀ ਇੱਕ ਫੈਸਲਾ ਲੈ ਕੇ ਪੈਰ ਨਹੀਂ ਪਿੱਛੇ ਕਰਨਾ, ਚਾਹੇ ਸਮਾਂ ਲੱਗ ਜੇ, ਕਾਲ ਨਾ ਦਿੰਦੇ।
26 ਵਾਲੀ ਕਾਲ ਨਾ ਦਿੰਦੇ, ਮਤਲਬ ਜੇ ਅੱਗੇ ਪਿੱਛੇ ਦੇ ਦਿੰਦੇ। ਔਰ ਪਹਿਲੀ ਗੱਲ, ਦੂਜੀ ਗੱਲ, ਕਦੇ ਵੀ ਜਦੋਂ ਆਪਾਂ ਕੋਈ ਘੋਲ ਲੜਦੇ ਆ ਤਾਂ ਜਿਹੜਾ ਸਟੈਂਡ ਲੈ ਲਿਆ ਤੇ ਜੇ ਸਟੈਂਡ ਤੋਂ ਆਪਾਂ ਪਿੱਛੇ ਹਟਦੇ ਆ ਤਾਂ ਉਹ ਮਤਲਬ ਘੋਲ ਕਮਜ਼ੋਰ ਪੈ ਜਾਂਦੇ ਆ। ਕਦੇ ਵੀ ਸਟੈਂਡ ਸਰਕਾਰ ਦੇ ਹਿਸਾਬ ਨਾਲ ਤਾਂ ਸਾਨੂੰ ਚੱਲਣਾ ਹੀ ਨਹੀਂ ਚਾਹੀਦਾ। ਫਿਰ ਸਰਕਾਰ ਦੇ ਹਿਸਾਬ ਨਾਲ ਚੱਲਣਾ ਤਾਂ ਫਿਰ ਆਪਾਂ ਘਰੇ ਰਹਿੰਦੇ। ਸਰਕਾਰ ਤਾਂ ਆਪਾਂ ਨੂੰ ਚਲਾ ਹੀ ਰਹੀ ਆ। ਤਾਂ ਪਹਿਲਾਂ ਵੀ ਬਰਾੜੀ ਗਰਾਊਂਡ ਦੇ ਵਿੱਚ ਕਹਿ ਰਹੀ ਸੀ ਕਿ ਉੱਥੇ ਆ ਜਾਓ। ਉਹ ਸਰਕਾਰ ਤਾਂ ਦੇ ਰਹੀ ਸੀ। ਆਪਾਂ 2 ਮਹੀਨੇ ਤੋਂ ਇੱਕ ਸੜਕ ਨੈਸ਼ਨਲ ਹਾਈਵੇ ਰੋਕੀ ਬੈਠੇ ਆ। ਸਰਕਾਰ ਨੂੰ ਇੱਥੇ ਤੰਗ ਪਰੇਸ਼ਾਨ ਕਰਨ ਦੀ ਲੋੜ ਨਹੀਂ ਸੀ। ਜਿੰਨੇ ਲੋਕ ਇੱਥੇ ਠੰਡ 'ਚ ਸ਼ਹੀਦ ਹੋ ਗਏ ਉਹਨਾਂ ਨੂੰ ਬਚਾਇਆ ਜਾ ਸਕਦਾ। ਬਿਲਕੁਲ ਇਹ ਰਹਿਣ ਵਾਲੀ ਜਗ੍ਹਾ ਨਹੀਂ। ਅਸੀਂ ਪੰਜਾਬ ਦੇ ਵਿੱਚ ਇਹੋ ਜਿਹੇ ਥਾਵਾਂ ਤੇ ਪੰਜਾਬ ਦੇ ਲੋਕ ਜਾਂ ਹਰਿਆਣੇ ਦੇ ਲੋਕ, ਚਾਹੇ ਉਹ ਯੂਪੀ ਦੇ ਵੀ ਆ, ਚਾਹੇ ਉਹ ਮਾੜਾ ਚੰਗਾ ਆਪਦੇ ਘਰ ਦੇ ਵਿੱਚ ਰਹਿਣ ਦੇ ਲਈ ਉਹਦੇ ਲਈ ਵਧੀਆ ਪ੍ਰਬੰਧ ਨੇ। ਔਰ ਇੱਥੇ ਤੁਹਾਨੂੰ ਪਤਾ ਹੀ ਆ, ਪ੍ਰਬੰਧ ਤਾਂ ਚਲੋ ਜੋ ਹੈਗੇ ਆ ਪ੍ਰਮਾਤਮਾ ਦੇ ਸਾਹਮਣੇ ਆ ਨਾ। ਪਰ ਬਰਾੜੀ ਗਰਾਊਂਡ ਸਾਨੂੰ ਜੇਲ੍ਹ ਬਣ ਜਾਂਦੀ, ਕਿਉਂਕਿ ਆਹ ਜਗ੍ਹਾ ਨੂੰ ਸਾਨੂੰ ਤਾਂ ਜੇਲ੍ਹ ਬਣਾਉਣ ਨੂੰ ਫਿਰਦੇ, ਜਿੱਥੇ ਆਮ ਜਨਤਾ ਸਾਡੇ ਨਾਲ ਰਹਿ ਰਹੀ ਆ। ਤਾਂ ਬਰਾੜੀ ਗਰਾਊਂਡ 'ਚ ਤਾਂ ਸਾਡਾ ਕੁਛ ਵੀ ਨਹੀਂ ਸੀ ਬਣਨਾ। ਪਰ ਜੋ ਹੋ ਗਈ ਆ, ਉਹ 26 ਨਵੰਬਰ ਨੂੰ ਵੀ ਕਾਲ ਸਾਡੀ ਪੰਜਾਬ ਦੇ ਬਾਰਡਰ, ਹਰਿਆਣੇ ਦੇ ਬਾਰਡਰਾਂ ਤੇ ਬੈਠਣ ਦੀ ਸੀ। ਉਸ ਦਿਨ ਵੀ ਅਸੀਂ ਗਦਾਰ ਬਣ ਸਕਦੇ ਸੀ। ਉਸ ਦਿਨ ਵੀ ਨੌਜਵਾਨ ਗਦਾਰ ਸੀਗਾ, ਹੋਰ ਵੀ ਗਦਾਰ ਸੀਗੇ, ਫਿਰ ਆਗੂ ਯੂਨੀਅਨਾਂ ਦੇ ਵੀ ਗਦਾਰ ਸੀ। ਫੇਰ ਵੀ ਆਪਾਂ ਇੱਥੇ ਆ ਕੇ ਸਟੇਜਾਂ ਲਾ ਲਈਆਂ, ਫੇਰ ਵੀ ਆਪਾਂ ਪਿੱਛੇ ਲਿਜਾ ਸਕਦੇ। ਜਦੋਂ ਇੱਥੋਂ ਗਾਹਾਂ ਗਏ ਆ, ਕੱਲਾ ਲਾਲ ਕਿਲੇ ਜਾ ਕੇ ਕਿਸੇ ਨੂੰ ਜਾ ਕੇ ਅੱਗੇ ਜਾ ਕੇ ਗਦਾਰ ਨਾ ਬਣਾਈਏ। ਨੌਜਵਾਨ ਚਲੇ ਗਏ, ਹੋ ਸਕਦਾ ਸੈਲੀਬ੍ਰਿਟੀ ਚਿਹਰੇ ਸੀ ਉਹ ਕਿਵੇਂ ਚਲੇ ਗਏ, ਲੱਖਾ ਵੀ ਪਹੁੰਚ ਗਿਆ ਜਾਂ ਹੋਰ ਵੀ ਪਹੁੰਚ ਗਏ, ਇਹਨਾਂ ਤੇ ਉਂਗਲ ਉੱਠ ਖੜੀ, ਇਹ ਚਿਹਰੇ ਪਛਾਣੇ ਗਏ। ਹਾਂ, ਦੇ ਵਿੱਚ ਜਥੇਬੰਦੀਆਂ ਦੇ ਆਗੂਆਂ ਨੂੰ ਅਤੇ ਸਮੁੱਚੇ ਕਿਸਾਨ ਸੰਘਰਸ਼ ਦੇ ਵਿੱਚ ਜੂਝ ਰਹੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜੋ ਤੁਸੀਂ ਏਕੇ ਦੀ ਹੁਣ ਤੱਕ ਗੱਲ ਕੀਤੀ ਉਹ ਸੰਦੇਸ਼ ਦੇਣਾ ਚਾਹੋਗੇ, ਜਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਉੱਤੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਇੱਕ ਕਿਸਾਨ ਹੋਣ ਦੇ ਨਾਤੇ? ਕਿਸਾਨ ਹੋਣ ਦੇ ਨਾਂ ਤੇ ਇੱਕ ਹੀ ਗੱਲ ਆ ਵੀ ਜਿਹੜੀ ਦੀਪ ਸਿੱਧੂ ਦੀ ਗ੍ਰਿਫਤਾਰੀ ਆ ਉਹ ਇਸ ਸਮੇਂ ਮੰਦਭਾਗੀ ਆ। ਔਰ ਅੱਜ ਸਾਡੇ ਕਿਸਾਨ ਆਗੂਆਂ ਨੂੰ ਕਿਸੇ ਨੂੰ ਕੱਢਣਾ ਜਾਂ ਅੰਦਰ ਪਾਉਣ ਦਾ ਸਮਾਂ ਨਹੀਂ। ਬਹਿ ਕੇ ਮੰਥਨ ਕਰਕੇ ਏਕੇ ਦੀ ਗੱਲ ਆ, ਏਕੇ ਤੋਂ ਇਕੱਠੇ ਹੋ ਕੇ ਇਹਨਾਂ ਆਗੂਆਂ ਦੀ ਗ੍ਰਿਫਤਾਰੀ ਦੇ ਲਈ ਔਰ ਗਾਹਾਂ ਹੋਰਾਂ ਦੀ ਗ੍ਰਿਫਤਾਰੀ ਨਾ ਹੋਵੇ, ਸਰਕਾਰ ਤੇ ਪਹਿਲਾਂ ਇਹ ਦਬਾਅ ਬਣਾਉਣਾ ਚਾਹੀਦਾ। ਕਿਉਂਕਿ ਜੇ ਇੱਥੋਂ ਇੱਕ ਇੱਕ ਦੋ ਦੋ ਜਾਂਦੇ ਰਹੇ, ਵਾਰੀ ਜਾਂਦੇ ਰਹੇ ਤਾਂ ਇਹ ਨੁਕਸਾਨ ਹੋ ਸਕਦਾ। ਲੋਕ ਵੱਧ ਆ ਸਕਦੇ ਆ, ਬੇਕਾਬੂ ਹੋ ਸਕਦੇ ਆ। ਕਿਉਂਕਿ ਇਹ ਨਹੀਂ ਵੀ ਇੱਥੋਂ ਚੱਕ ਕੇ ਲੈ ਕੇ ਤਾਂ ਇਹ ਘਰ ਨੂੰ ਚਲੇ ਜਾਣਗੇ। 100% ਲੋਕਾਂ ਨੇ ਵੱਧ ਆਉਣਾ ਵਾ, ਕਿਉਂਕਿ ਲੋਕ ਰੋਜ਼ ਜਾਗਣਾ ਵਾ। ਔਰ ਉਹ ਲੋਕ ਰੋਜ਼ ਜਦੋਂ ਵੀ ਉੱਠਦਾ ਤਾਂ ਉਹ ਫਿਰ ਬੇਕਾਬੂ ਹੋ ਜਾਂਦਾ। ਸਰਕਾਰ ਨੂੰ ਵੀ ਚਾਹੀਦਾ ਇਹੋ ਜਿਹੇ ਨਲਾਇਕੀ ਵਾਲੇ ਕੰਮ ਨਾ ਕਰੇ, ਕਿਉਂਕਿ ਇਹ ਭਾਰਤ ਦੇ ਅਸੀਂ ਨਿਵਾਸੀ ਆ ਔਰ ਸਾਡਾ ਹੱਕ ਆ ਪ੍ਰੋਟੈਸਟ ਕਰਨਾ। ਔਰ ਸ਼ਾਂਤੀਮਈ ਆ, ਅਸੀਂ 4-5 ਮਹੀਨੇ ਤੋਂ ਸ਼ਾਂਤੀਮਈ ਬੈਠੇ ਆ। ਸਾਡੇ ਨਾਲ ਗਲਤ ਬਿਹੇਵ ਹੋ ਰਿਹਾ ਔਰ ਅਸੀਂ ਫੇਰ ਵੀ ਸ਼ਾਂਤੀ 'ਚ ਔਰ ਰੱਬ ਦਾ ਨਾਮ ਲੈ ਰਹੇ ਹਾਂ ਔਰ ਪ੍ਰਸ਼ਾਦਾ ਛਕ ਰਹੇ ਹਾਂ ਔਰ ਲੋਕਾਂ ਨੂੰ ਛਕਾ ਰਹੇ ਹਾਂ। ਔਰ ਬੇਨਤੀ ਆ ਵੀ ਇਕੱਠੇ ਹੋ ਕੇ ਹੋਕਾ ਦਈਏ। ਏਕਤਾ ਦਾ, ਏਕੇ 'ਚ ਹੀ ਬਰਕਤ ਆ। ਜਦੋਂ ਅਸੀਂ ਸੰਯੁਕਤ ਮੋਰਚੇ ਦਾ ਏਕਾ ਰੱਖੀਏ, ਪੰਜਾਬ ਦੀਆਂ ਜਥੇਬੰਦੀਆਂ ਦਾ ਏਕਾ ਰੱਖੀਏ, ਪੰਜਾਬ ਦੇ ਜਿਹੜੇ ਕਲਾਕਾਰ ਨੌਜਵਾਨ ਵੀਰ ਆ ਜਿਨ੍ਹਾਂ ਨੇ ਸੰਘਰਸ਼ ਦਾ ਹਿੱਸਾ ਬਣਾਇਆ ਉਹਨਾਂ ਨੂੰ ਨਾਲ ਲੈ ਕੇ ਚੱਲੀਏ। ਇੰਨੀਆਂ ਹੀ ਬੇਨਤੀਆਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਕਿਸਾਨ ਵੀਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਅਸੀਂ ਜਾਰੀ ਰੱਖਾਂਗੇ। ਗੱਲਬਾਤ ਕੀਤੀ ਹੈ, ਕਿਸਾਨ ਇਹ ਚਾਹੁੰਦੇ ਨੇ ਕਿ ਜੋ ਵੀ ਇਨਸਾਨ ਸੰਘਰਸ਼ ਵਾਸਤੇ ਜ਼ਿੰਦਗੀਆਂ ਲਾ ਕੇ ਕੰਮ ਕਰ ਰਿਹਾ ਸੀ, ਕਿਸਾਨੀ ਸੰਘਰਸ਼ ਦੇ ਹਿੱਤਾਂ ਲਈ ਲੜ ਰਿਹਾ ਸੀ, ਉਹਨਾਂ ਨੂੰ ਲਾਂਭੇ ਨਾ ਕੀਤਾ ਜਾਵੇ। ਹੁਣ ਸਮਾਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ ਹੈ। ਤਾਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਭਾਵੇਂ ਦੀਪ ਸਿੱਧੂ ਹੋਵੇ, ਭਾਵੇਂ ਲੱਖਾ ਸਦਾਣਾ ਜਾਂ ਕੋਈ ਹੋਰ ਚਿਹਰਾ ਜਾਂ ਕੋਈ ਕਿਸਾਨ ਆਗੂ ਹੋਵੇ, ਉਹਦੀ ਗ੍ਰਿਫਤਾਰੀ ਇਸ ਸਮੇਂ ਬੜੀ ਮੰਦਭਾਗੀ ਹੈ। ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਉੱਤੇ ਕੋਈ ਵੱਡਾ ਕਦਮ ਅਤੇ ਵੱਡੀ ਕੋਈ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਗ੍ਰਿਫਤਾਰੀਆਂ ਰੋਕੀਆਂ ਜਾ ਸਕਣ। ਕਿਉਂਕਿ ਜੇਕਰ ਅੱਜ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ, ਕੱਲ ਲੱਖੇ ਸਦਾਣੇ ਅੱਗੇ ਚੱਲਦਾ ਇਹ ਜਿਹੜਾ ਲੜੀਵਾਰ ਚੱਲਦਾ ਕਿਸਾਨ ਆਗੂਆਂ ਤੱਕ ਵੀ ਪਹੁੰਚ ਸਕਦਾ। ਇਹ ਡਰ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਤਾ ਰਿਹਾ ਹੈ ਕਿ ਕਿਤੇ ਕਿਸਾਨ ਆਗੂਆਂ ਦੀ ਗ੍ਰਿਫਤਾਰੀਆਂ ਨਾ ਹੋ ਜਾਣ। ਕਿਉਂਕਿ ਜਦੋਂ ਕਿਸਾਨ ਆਗੂਆਂ ਦੀ ਗ੍ਰਿਫਤਾਰੀਆਂ ਹੋਣਗੀਆਂ ਤਾਂ ਘੋਲਾ ਜਿਹੜਾ ਕਿਸਾਨਾਂ ਦੇ ਕਹਿਣ ਦੇ ਮੁਤਾਬਿਕ ਬੇਕਾਬੂ ਹੋ ਜਾਵੇਗਾ। ਤਾਂ ਉਸ ਬੇਕਾਬੂ ਹੋਏ ਲੋਕ ਰੋਹ ਨੂੰ ਜਿਹੜਾ ਰੋਕਣਾ ਬੜਾ ਮੁਸ਼ਕਿਲ ਹੋ ਜਾਵੇਗਾ। ਤਾਂ ਉੱਥੇ ਬੜਾ ਉਧਰ ਜਾਂ ਉਗਰ ਹੋ ਸਕਦਾ ਮਾਹੌਲ। ਤਾਂ ਇਹ ਸਭ ਮਾਹੌਲ ਨੂੰ ਰੋਕਣ ਦੇ ਲਈ ਹੁਣ ਜਿਹੜੇ ਸੁਖਾਵੇਂ ਕਦਮ ਨੇ ਉਹ ਸਰਕਾਰ ਨੂੰ ਅਤੇ ਕਿਸਾਨ ਜਥੇਬੰਦੀਆਂ ਨੂੰ ਉਠਾਉਣ ਦੀ ਲੋੜ ਹੈ। ਤੁਸੀਂ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਆਕਾਸ਼ਦੀਪ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ, ਕੁੰਡਲੀ ਬਾਰਡਰ, ਦਿੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।